ਸਾਹਿਬ ਜੀਓ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਹਰ ਤਨ ਜਿਨੀ ਸੰਜਿਆ ਸਈ ਗੰਭੀਰ ਅਪਾਰ ਜੀਓ। ਹਰ ਤਨ ਜਿਨੀ ਸੰਜਿਆ ਸਈ ਗੰਭੀਰ ਅਪਾਰ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਛਤਰ ਚਬਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜਿਸ ਦੇ ਪਿਛਲੇ 4 ਪਦੇ ਆਪਾਂ ਪਿਛਲੇ ਦਿਨੀ ਸਰਵਣ ਕੀਤੇ ਸੀ, ਔਰ ਇਹਦੇ 4 ਪਦਿਆਂ ਦੀ ਵਿਚਾਰ ਨਾਲ ਜੁੜਨਾ ਕਰੀਏ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਸੰਸਾਰ ਵਿੱਚ ਉਹ ਜੀਵ ਚੰਗੇ ਲੱਗਦੇ ਹੈ, ਸੋਹਣੇ ਲੱਗਦੇ ਹੈ, ਜਿਹੜੇ ਸੰਗਤ ਵਿੱਚ ਬਹਿੰਦੇ ਹਨ। ਕਿਉਂਕਿ ਸੰਗਤ ਵਿੱਚ ਬੈਠਦਿਆਂ ਮਨੁੱਖ ਦੇ ਅੰਦਰੋਂ ਵਿਕਾਰਾਂ ਦਾ ਖਾਤਮਾ ਹੋ ਜਾਂਦਾ ਹੈ। ਮਨੁੱਖ ਦੇ ਅੰਦਰੋਂ ਮਾੜੀ ਸੋਚ ਦਾ ਖਾਤਮਾ ਹੋ ਜਾਂਦਾ ਹੈ ਅਤੇ ਸਿੱਧੇ ਰਸਤੇ ਪੈ ਜਾਂਦਾ ਮਨੁੱਖ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਸੀ। ਸ਼ਬਦ ਦੀ ਆਰੰਭਤਾ ਵਿੱਚ ਨਿਤ ਨਿਤ ਦਇਓ ਸੰਭਾਲੀਐ ਮੂਲ ਨ ਮਨੋ ਵਿਸਾਰੀਐ। ਹਮੇਸ਼ਾ ਉਸ ਮਾਲਕ ਨੂੰ ਯਾਦ ਰੱਖੀਏ। ਥੋੜ੍ਹਾ ਸਮਾਂ ਵੀ ਉਸ ਨੂੰ ਹਿਰਦੇ ਵਿੱਚੋਂ ਵਿਸਾਰੀਏ ਨਾ। ਇਹਦਾ ਕੀ ਫਾਇਦਾ ਹੋਵੇਗਾ? ਸੰਤਾਂ ਸੰਗਤ ਪਾਈ ਹੈ ਜਿਤ ਜਮ ਕੈ ਪੰਥ ਨ ਜਾਈਐ। ਫਿਰ ਜਮਾਂ ਦੇ ਰਸਤੇ ਨਹੀਂ ਜਾਣਾ ਪਵੇਗਾ। ਜੇਕਰ ਤੇਰੇ ਕੋਲ ਹਰੀ ਦੇ ਨਾਮ ਦਾ ਤੋਸਾ ਹੋਵੇ, ਹਰੀ ਦੇ ਨਾਮ ਦਾ ਖਜ਼ਾਨਾ ਹੋਵੇ, ਜੇ ਤੂੰ ਹਰੀ ਦੇ ਨਾਮ ਦੀ ਖੁਰਾਕ ਆਪਣੇ ਨਾਲ ਲੈ ਕੇ ਚੱਲੇ ਤਾਂ ਤੈਨੂੰ ਜਮਾਂ ਦੇ ਰਾਸਤੇ ਨਹੀਂ ਜਾਣਾ ਪਵੇਗਾ। ਤੋਸਾ ਹਰ ਕਾ ਨਾਮ ਲੈ ਤੇਰੇ ਕੁਲਹੈ ਨ ਲਾਗੈ ਗਾਲ ਜੀਓ। ਕੁੱਲ ਨੂੰ ਮਾੜਾ ਕਹਿਣਾ। ਕਬੀਰ ਸਾਹਿਬ ਵੀ ਕਹਿੰਦੇ ਆ ਨਾ, ਜਿਸ ਕੁੱਲ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਪੈਦਾ ਨਹੀਂ ਹੁੰਦੇ, ਉਹ ਇਉਂ ਖਤਮ ਹੋ ਜਾਂਦੀਆਂ ਜਿਵੇਂ ਅੱਕ ਢੱਕ ਦੇ ਪੱਤੇ। ਕਬੀਰ ਜਿਹ ਕੁਲ ਦਾਸ ਨ ਉਪਜੈ ਹਰ ਕੀ ਸੇਵਾ ਨਾਹੇ ਤੇ ਹਰ ਮਰਹਟ ਸਾਰਖੇ। ਭੂਤ ਵਸੈ ਤਿਨ ਮਾਹੇ। ਉਹ ਘਰ ਸ਼ਮਸ਼ਾਨ ਘਾਟ ਵਰਗੇ ਆ ਜਿੱਥੇ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਜਾਂਦਾ। ਤਾਂ ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਆਓ ਉਸ ਮਾਲਕ ਦੇ ਨਾਲ ਜੁੜਨਾ ਕਰੀਏ। ਕੁਲਹੈ ਨਾ ਲਾਗੈ ਗਾਲ ਜੀਓ। ਸਾਡੀ ਕੁੱਲ ਨੂੰ ਕੋਈ ਮਾੜਾ ਨਹੀਂ ਕਹੇਗਾ। ਦੁਨੀਆ ਪੁਰਾਤਨ ਅਖੌਤੀ ਧਰਮ ਦੇ ਮੁਖੀ ਬ੍ਰਾਹਮਣ ਲੋਕ ਚਮਿਆਰਾਂ ਦੀ ਕੁੱਲ ਨੂੰ ਮਾੜਾ ਕਹਿੰਦੇ ਸੀ, ਸ਼ੂਦਰ ਕਹਿੰਦੇ ਸੀ। ਪਰ ਉਸ ਕੁੱਲ ਵਿੱਚ ਭਗਤ ਰਵਿਦਾਸ ਜੀ ਪੈਦਾ ਹੋ ਗਏ, ਭਗਤੀ ਕਰਨ ਵਾਲੇ। ਜਿਸ ਭਗਤ ਰਵਿਦਾਸ ਜੀ ਦੇ ਪੈਦਾ ਹੋਣ ਕਾਰਨ ਉਹ ਕੁੱਲ ਦਾ ਨਾਮ ਵੀ ਦੁਨੀਆ ਵਿੱਚ ਚਮਕ ਗਿਆ। ਕਬੀਰ ਸਾਹਿਬ ਭਗਤ ਰਵਿਦਾਸ ਜੀ ਨੇ ਆਪਣੀ ਕੁੱਲ ਨੂੰ ਸਪਸ਼ਟ ਕੀਤਾ, ਕਿਤੇ ਲੁਕੋਇਆ ਨਹੀਂ। ਕਹਿੰਦੇ ਮੇਰੀ ਕੁੱਲ ਦੇ ਲੋਕ ਹੈ ਜਿਹੜੇ,
ਕੁਟ ਬਾਂਡਲਾ ਢੋ ਢਵੰਤਾ ਅਜੋ ਬਨਾਰਸੀ ਆਸ ਪਾਸਾ। ਕਹਿ ਰਵਿਦਾਸ ਮੇਰੀ ਬਖਿਆਤ ਚਮਾਰੰਗ, ਮੈਨੂੰ ਦੁਨੀਆ ਚਮਿਆਰ ਕਹਿੰਦੀ ਹੈ। ਮੈਂ ਚਮਿਆਰਾਂ ਦੇ ਘਰੇ ਪੈਦਾ ਹੋਇਆ, ਮੈਨੂੰ ਕੋਈ ਸ਼ਰਮ ਨਹੀਂ ਹੈ। ਪਰ ਧਨ ਹੈ ਇਹ ਕੁਲ ਜਿਹਦੇ ਵਿੱਚ ਪੈਦਾ ਹੋ ਕੇ ਮੈਂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਭਗਤਾਂ ਨੇ ਆਪਣੇ ਕੁਲ ਲੁਕੋਈ ਨਹੀਂ, ਆਪਣੇ ਆਪ ਨੂੰ ਉੱਚੀ ਕੁਲ ਦਾ ਨਹੀਂ ਦੱਸਿਆ, ਬ੍ਰਾਹਮਣ ਨਹੀਂ ਕਿਹਾ, ਬਲਕਿ ਜੈਸੀ ਕੁਲ ਸੀ ਐਸੀ ਦੱਸੀ, ਸਾਨੂੰ ਇਹ ਦੱਸਣ ਵਾਸਤੇ ਕਿ ਪਰਮੇਸ਼ਰ ਦੀ ਭਗਤੀ ਕਿਸੇ ਵੀ ਕੁਲ ਵਿੱਚ ਹੋ ਸਕਦੀ ਹੈ। ਜਿਸ ਕੁਲ ਦਾ ਬੱਚਾ ਨਾਮ ਜਪਦਾ ਉਹ ਕੁਲ ਦਾ ਨਾਮ ਵੀ ਰੋਸ਼ਨ ਹੋ ਜਾਂਦਾ। ਅਤੇ ਜਿਸ ਪਰਿਵਾਰ ਦਾ ਬੱਚਾ ਕੋਈ ਮਾੜਾ ਨਿਕਲ ਜਾਵੇ, ਨਸ਼ੇੜੀ ਵੈਲੀ ਨਿਕਲ ਜਾਵੇ, ਉਸ ਪਰਿਵਾਰ ਨੂੰ ਦੁਨੀਆ ਉਲਾਂਭੇ ਦਿੰਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਸਿੱਖਾ ਜੇ ਤੂੰ ਹਰੀ ਦੇ ਨਾਮ ਦਾ ਖਜ਼ਾਨਾ ਇਕੱਠਾ ਕਰ ਲਵੇਂ, ਤੋਸਾ ਹਰ ਕਾ ਨਾਮ ਲੈ ਤੇਰੇ ਕੁਲਹਿ ਨਾ ਲਾਗੈ ਗਾਲ ਜੀਓ, ਤੇਰੀਆਂ ਕੁੱਲਾਂ ਨੂੰ ਕੋਈ ਮਾੜਾ ਨਹੀਂ ਕਹੇਗਾ। ਜੋ ਸਿਮਰਨ ਦੇ ਸਾਈਐ, ਜਿਹੜੇ ਮਾਤ ਲੋਕ ਵਿੱਚ ਆ ਕੇ ਉਸ ਪਰਮੇਸ਼ਰ ਨੂੰ ਸਿਮਰਦੇ ਨੇ, ਨਰਕ ਨਸੇਈ ਪਾਈ ਹੈ, ਉਹ ਨਰਕਾਂ ਵੱਲ ਨਹੀਂ ਜਾਂਦੇ। ਤੱਤੀ ਵਾਓ ਨਾ ਲੱਗੀ ਜਨਮਨ ਬੁੱਠਾ ਆਏ ਜੀਓ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਵਾਸਾ ਹੋ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਪ੍ਰਵੇਸ਼ ਹੋ ਗਿਆ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ। ਉਹਨਾਂ ਨੂੰ ਸਤਿਗੁਰ ਆਪ ਸੰਭਾਲਦਾ, ਜਿਵੇਂ ਕੋਈ ਕੰਧ ਦਾ ਉਸ ਓਟ ਆਸਰਾ ਲੈ ਲਵੇ ਹਨੇਰੀ ਦੇ ਵਿੱਚ। ਕਈ ਵਾਰੀ ਪੁਰਾਣੇ ਸਮਿਆਂ 'ਚ ਲੋਆਂ ਬੜੀਆਂ ਵਗਦੀਆਂ ਸੀ, ਜੇਠ ਹਾੜ ਦੇ ਮਹੀਨੇ 'ਚ ਵਗਦੀਆਂ। ਉਸ ਲੋ ਤੋਂ ਬਚਣ ਵਾਸਤੇ ਅਸੀਂ ਕਿਸੇ ਕੰਧ ਦਾ ਓਹਲਾ ਲੈ ਲੈਂਦੇ ਹਾਂ। ਤਾਂ ਉਸ ਤਰ੍ਹਾਂ ਕੀ ਹੈ, ਤੱਤੀ ਵਾਵ ਦਾ ਮਤਲਬ ਹੈ ਕਿ ਜਿਹੜਾ ਕਿ ਅਸੀਂ ਉਸ ਦੁੱਖਾਂ ਤੋਂ ਬਚ ਸਕਦੇ ਹਾਂ ਜੇ ਅਸੀਂ ਗੁਰੂ ਵਾਲੇ ਬਣ ਜਾਈਏ, ਗੁਰੂ ਦੇ ਲੜ ਲੱਗ ਜਾਈਏ। ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਤੱਤੀ ਵਾਵ ਨ ਲੱਗਈ ਜਨਮਨ ਬੁੱਠਾ ਆਏ ਜੀਓ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਉਹ ਲੋਕ ਚੰਗੇ ਲੱਗਦੇ ਹੈ ਗੁਰੂ ਨਾਨਕ ਦੇ ਘਰ ਵਿੱਚ ਜਿਹੜੇ ਬਹਿੰਦੇ ਹੈ, ਭਾਵ ਜੋ ਸੱਤ ਨਾਲ ਜੁੜਦੇ ਹੈ, ਸੱਚ ਨਾਲ ਜੁੜਦੇ ਹੈ, ਸਤ ਸੰਗਤ ਕਰਦੇ ਹੈ, ਉਹਨਾਂ ਨੂੰ ਦੁਨੀਆ ਚੰਗਾ ਕਹਿੰਦੀ ਹੈ। ਕੋਈ ਨਸ਼ੇੜੀ ਵਿਕਾਰੀ ਮਨੁੱਖ ਨਸ਼ਿਆਂ ਨੂੰ ਵਿਕਾਰਾਂ ਨੂੰ ਛੱਡ ਕਰਕੇ ਸਿੱਧੇ ਰਸਤੇ ਪੈ ਜਾਵੇ, ਪਰਮੇਸ਼ਰ ਕਿਰਪਾ ਕਰੇ, ਗੁਰੂ ਵਾਲਾ ਬਣ ਜਾਵੇ, ਗੁਰੂ ਦੇ ਲੜ ਲੱਗ ਜਾਵੇ, ਤਾਂ ਗੁਰਸਿੱਖਾਂ ਨੂੰ, ਨਾਮ ਜਪਣ ਵਾਲਿਆਂ ਨੂੰ ਚੰਗਾ ਲੱਗਦਾ ਉਹ ਬੰਦਾ। ਉਹਨੂੰ ਧੰਨਵਾਦ ਵੀ ਕਹਿੰਦੇ ਆ, ਤੂੰ ਜੀਵਨ ਸੁਧਰ ਗਿਆ ਭਾਈ ਤੇਰਾ, ਹੁਣ ਚੰਗਾ ਹੋਇਆ, ਤੂੰ ਗੁਰੂ ਘਰ ਜਾਣ ਲੱਗਿਆ, ਸੱਚ ਦੇ ਮਾਰਗ 'ਤੇ ਚੱਲ ਪਿਆ ਹੈ, ਤੇਰਾ ਜੀਵਨ ਸਫਲਾ ਹੋ ਗਿਆ। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ ਪਰਮੇਸ਼ਰ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਨਾਮ ਦਾ ਵਸ ਹੈ। ਜਿਵੇਂ ਭਗਤ ਪ੍ਰਹਿਲਾਦ ਜੀ ਦੀ ਗੱਲ ਕਰੀਏ, ਭਗਤ ਪ੍ਰਹਿਲਾਦ ਜਿਹੜਾ ਸੀ ਗੁਰੂ ਪਿਆਰਿਓ, ਉਸਨੇ ਨਾਮ ਜਪਿਆ, ਉਸਦੇ ਪਿਤਾ ਨੇ ਉਸ ਨੂੰ ਨਾਮ ਨਾਲੋਂ ਤੋੜਨਾ ਚਾਹਿਆ, ਨਾਮ ਜਪਣ ਤੋਂ ਰੋਕਣਾ ਚਾਹਿਆ, ਪਰ ਭਗਤ ਜੀ ਨੇ ਜਿੱਥੇ ਆਪ ਜਪਿਆ ਉੱਥੇ ਆਪਣੇ ਪਿਤਾ ਨੂੰ ਵੀ ਜਪਣ ਦੀ ਪ੍ਰੇਰਨਾ ਕੀਤੀ। ਅਤੇ ਜਿਸ ਵੇਲੇ ਭਗਤ ਜੀ ਨਾ ਟਲੇ ਨਾਮ ਜਪਣ ਤੋਂ, ਉਹਦੇ ਪਿਤਾ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਕਈ ਢੰਗਾਂ ਦੇ ਨਾਲ ਮਾਰਨਾ ਕੀਤਾ, ਪਰ ਉਹ ਨਾ ਮਰਿਆ। ਅਖੀਰ ਉਸ ਦੀ ਭੈਣ ਨੇ, ਪ੍ਰਹਿਲਾਦ ਦੀ ਭੂਆ ਨੇ ਉਸ ਨੂੰ ਚਿਖਾ ਬਣਾ ਕੇ ਚਿਖਾ ਦੇ ਵਿੱਚ ਸਾੜਨਾ ਚਾਹਿਆ। ਆਹ ਲੋਹੜੀ ਜਿਹੜੀ ਆ ਰਹੀ ਹੈ ਨਾ, ਇਸੇ ਵਿਸ਼ੇ 'ਤੇ ਹੀ ਮਨਾਈ ਜਾਂਦੀ ਹੈ। ਕਈ ਦੇਸ਼ਾਂ ਦੇ ਵਿੱਚ ਤਾਂ ਉਹ ਪੁਰਾਣੀ ਗਾਥਾ ਵੀ ਉੱਥੇ ਗਾਈ ਸੁਣਾਈ ਜਾਂਦੀ ਆ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਉਸ ਦੀ ਭੂਆ ਨੇ ਉਸ ਨੂੰ ਲੈ ਕਰਕੇ ਚਿਖਾ ਦੇ ਵਿੱਚ ਬੈਠਣਾ ਕੀਤਾ ਅਤੇ
ਕਹਿੰਦੇ ਚਿਖਾ ਨੂੰ ਅੱਗ ਲਾਈ ਗਈ। ਚਿਖਾ ਦੇ ਵਿੱਚ ਉਹਨਾਂ ਦਾ ਖਿਆਲ ਸੀ ਕਿ ਹਰਨਾਕਸ਼ ਦੀ ਭੈਣ ਬਚ ਜਾਵੇ, ਕਿਉਂਕਿ ਇਸ ਨੂੰ ਕਿਸੇ ਸਾਧੂ ਨੇ ਬਚਨ ਕੀਤਾ ਸੀਗਾ ਬਈ ਜੇ ਤੂੰ ਆ ਸਾਡੀ ਚਾਦਰ ਲੋਈ ਲੈ ਕਰਕੇ ਅੱਗ ਵਿੱਚ ਵੜ ਜਾਵੇਂ ਤੇ ਅੱਗ ਮਚਾਊਗੀ ਨਹੀਂ। ਉਹਨੂੰ ਮਾਣ ਸੀ ਕਿ ਮੈਂ ਉਹ ਲੋਈ ਲੈ ਕੇ ਉੱਤੇ ਬਹਿ ਜਾਊਂਗੀ, ਪ੍ਰਹਿਲਾਦ ਮੱਚ ਜੂਗਾ, ਮੈਂ ਬਚ ਜੂੰਗੀ। ਪਰ ਹੋਇਆ ਇਹਦੇ ਉਲਟ। ਸਾਧੂਆਂ ਦੇ ਬਚਨ ਸਭ ਦੇ ਭਲੇ ਵਾਸਤੇ ਹੁੰਦੇ ਆ, ਨਾ ਕਿ ਨੁਕਸਾਨ ਵਾਸਤੇ ਹੁੰਦੇ ਆ। ਉਹ ਤਾਂ ਅੱਜ ਨੁਕਸਾਨ ਕਰਨਾ ਚਾਹੁੰਦੀ ਹੈ, ਇਸ ਕਰਕੇ ਉਹ ਬਚਨ ਨੇ ਵੀ ਉੱਥੇ ਕੰਮ ਨਹੀਂ ਕੀਤਾ ਅਤੇ ਉਹ ਲੋਈ ਉਸ ਤੋਂ ਉੱਡ ਗਈ, ਪ੍ਰਹਿਲਾਦ 'ਤੇ ਪੈ ਗਈ ਅਤੇ ਉਹ ਮੱਚ ਕੇ ਹੌਲਾਂ ਹੋ ਗਈਆਂ, ਭਾਵ ਮੱਚ ਗਈ। ਉਹਦਾ ਨਾਂ ਸੀ ਹੋਲਕਾ। ਹੋਰੀ ਹੈ, ਹੋਰੀ ਹੈ, ਹੋਲੀ ਹੈ, ਭਾਵ ਜਦੋਂ ਸਵਾਹ ਬਣ ਗਈ ਸਾਰੀਆਂ ਲੱਕੜਾਂ ਮੱਚ ਕੇ ਅਤੇ ਉਹਦੇ ਸਿਪਾਹੀ ਉਹਦੇ ਵਿੱਚੋਂ ਕੱਢਣ ਲੱਗੇ ਹੋਲਕਾ ਨੂੰ, ਵੀ ਹੋਲਕਾ ਹੈਗੀ ਆ, ਪ੍ਰਹਿਲਾਦ ਮੱਚ ਗਿਆ ਹੋਣਾ। ਪਰ ਜਿਸ ਵੇਲੇ ਉਹ ਸਾਰੀ ਸਵਾਹ ਹਟਾਈ ਗਈ ਅਤੇ ਉਹਦੇ ਵਿੱਚੋਂ ਹੋਲਕਾ ਤਾਂ ਮੱਚ ਗਈ, ਪ੍ਰਹਿਲਾਦ ਸਹੀ ਸਲਾਮਤ ਨਿਕਲ ਆਇਆ। ਇਹ ਨਾਮ ਦੀ ਪਾਵਰ ਹੈ, ਨਾਮ ਦੀ ਮਹਿਮਾ ਹੈ। ਤਾਂ ਗੁਰੂ ਪਿਆਰਿਓ, ਜਿਸ ਵੇਲੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰਿਆ ਜਾਂਦਾ, ਤੱਤੀ ਵਾਹ ਨਹੀਂ ਲੱਗਦੀ ਉਹਨਾਂ ਨੂੰ। ਜਿਨ ਮਨ ਬੁੱਠਾ ਆਏ ਜੀਓ ਆਓ, ਹਰ ਅਮਿਓ ਰਸਾਇਣ ਪੀਵੀਐ। ਅਮਿਓ ਰਸਾਇਣ, ਰਸਾਇਣ ਹੁੰਦੀ ਹੈ ਕਿਸੇ ਧਾਤਾਂ ਨੂੰ ਸ਼ੋਧਣ ਵਾਸਤੇ, ਅਤੇ ਸਰੀਰ ਨੂੰ ਸ਼ੋਧਣ ਵਾਸਤੇ ਹੈ ਗੁਰੂ ਪਿਆਰਿਓ ਅੰਮ੍ਰਿਤ। ਕਿਨਕਾ ਏਕ ਜੇ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨ ਆਵੈ। ਕਾਂਖੀ ਏਕੈ ਦਰਸ ਤਿਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਇਹ ਨਾਨਕ ਬੇਨਤੀ ਕਰਦਾ ਹੈ ਕਿ ਮੈਨੂੰ ਵੀ ਉਹਨਾਂ ਦੇ ਨਾਲ ਤਾਰ ਲਓ ਜਿਨ੍ਹਾਂ ਨੂੰ ਤੇਰੇ ਮਿਲਣ ਦੀ ਇੱਛਾ ਹੈ। ਸਹੀ ਪਿਆਰਿਆਂ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਆਓ ਫਿਰ ਜੇ ਤਰਨਾ ਹੈ ਤੇ ਉਸ ਅਮਰ ਦੀ ਕਣੀ ਨੂੰ ਪ੍ਰਾਪਤ ਕਰੀਏ। ਹਰ ਅਮਿਓ ਰਸਾਇਣ ਪੀਵੀਐ। ਅਤੇ ਇਹ ਪੀਤੀ ਕਿਵੇਂ ਜਾਓ? ਇੱਕ ਅੰਮ੍ਰਿਤ ਅਸੀਂ ਬਾਹਰੋਂ ਪੀਤਾ ਪੰਜ ਪਿਆਰਿਆਂ ਤੋਂ, ਅਤੇ ਦੂਸਰਾ ਅੰਮ੍ਰਿਤ ਆਪਾਂ ਪੰਜ ਪਿਆਰਿਆਂ ਤੋਂ ਉਪਦੇਸ਼ ਲੈ ਕੇ ਅੰਦਰ ਜਾ ਕੇ ਪੀਣਾ। ਅੰਦਰੋਂ ਪੀਣਾ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਰਸਨਾ ਦੇ ਨਾਲ। ਕਿਸ ਤਰ੍ਹਾਂ? ਜਿਵੇਂ ਪਾਤਸ਼ਾਹ ਜੀ ਕਹਿੰਦੇ ਭਾਂਡਾ ਧੋਏ ਵੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ। ਪਹਿਲਾਂ ਆਪਣੇ ਆਪ ਨੂੰ ਸਾਫ਼ ਕਰੋ, ਫਿਰ ਗੁਰੂ ਕੋਲੇ ਜਾਓ, ਪੰਜ ਪਿਆਰਿਆਂ ਕੋਲੇ ਜਾਓ। ਗੁਰਮਤਿ ਅਨੁਸਾਰ ਗੁਰੂ ਕੋਲ ਜਾਓ ਅਤੇ ਉਸ ਦੇ ਕੋਲੋਂ ਜਾਗ ਲਵਾਓ। ਜਿਵੇਂ ਇੱਕ ਬੀਬੀ ਘਰ ਦੇ ਵਿੱਚ ਰਿੜਕੇ ਨੂੰ ਪਹਿਲਾਂ ਮਾਂਸ ਸਵਾਰ ਕੇ ਰੱਖਦੀ ਆ, ਉਹਨੂੰ ਧੁੱਪ ਲਵਾਉਂਦੀ ਆ ਤਾਂ ਕਿ ਲੱਸੀ ਦੀ ਖਟਿਆਸ ਹੈ ਜਿਹੜੀ ਬਹੁਤੀ ਉਹ ਉੱਡ ਜਾਵੇ। ਭਾਂਡਾ ਧੋਏ ਬੈਸ ਧੂਪ ਦੇਵੋ। ਧੂਪ ਦਾ ਮਤਲਬ ਖੁਸ਼ਬੂ ਵੀ ਹੈ ਅਤੇ ਧੂਪ ਦਾ ਮਤਲਬ ਧੁੱਪ ਵੀ ਹੈ। ਜਦੋਂ ਰਿੜਕਣੇ ਨੂੰ ਬੀਬੀਆਂ ਮਾਂਸ ਸਵਾਰ ਕੇ ਦੁਪਹਿਰੇ ਧੁੱਪੇ ਰੱਖ ਦਿੰਦੀਆਂ ਅਤੇ ਉਹਦੇ ਵਿੱਚ ਦੁਬਾਰਾ ਸ਼ਾਮਾਂ ਨੂੰ ਫਿਰ ਦੁੱਧ ਗਰਮ ਕਰਕੇ ਜਮਾਉਂਦੀਆਂ। ਦੁੱਧ ਗਰਮ ਕਰਦੀਆਂ, ਉਹ ਸਾਫ਼ ਹੋਏ ਰਿੜਕਣੇ ਵਿੱਚ, ਫਿਰ ਉਹਨੂੰ ਜਾਗ ਲਾਉਂਦੀਆਂ। ਜਾਗ ਲਾਉਣ ਤੋਂ ਬਾਅਦ ਫਿਰ ਉਹਨੂੰ ਰੱਖ ਦਿੰਦੀਆਂ। ਨੇਹੀ ਦੇ ਉੱਤੇ ਬੰਨ੍ਹ ਕਰਕੇ, ਕੁੱਤਿਆਂ ਬਿੱਲਿਆਂ ਤੋਂ ਬਚਾ ਕਰਕੇ ਵੀ ਢੱਕਣਾ ਪੈਂਦਾ ਹੈ ਉਸ ਨੂੰ ਸੰਵਾਰ ਕੇ। 10 ਘੰਟੇ ਉਹ ਜੰਮਦਾ, ਰਾਤ ਨੂੰ ਪਿਆ ਰਹਿੰਦਾ ਹੈ, ਅਤੇ ਤੜਕੇ ਉੱਠ ਕੇ ਜਦ ਉਹਦੇ ਵਿੱਚ ਮਧਾਣੀ ਪਾ ਕੇ ਰਿੜਕਦੀਆਂ, ਫਿਰ ਕਿਵੇਂ ਰਿੜਕਦੀਆਂ, ਕਿਵੇਂ ਉਹ 'ਚੋਂ ਮੱਖਣੀ ਨਿਕਲਦੀ ਆ, ਉਵੇਂ ਇਹਦੇ ਵਿੱਚੋਂ ਅੰਮ੍ਰਿਤ ਨਿਕਲਣਾ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਸਮਾਇਨ ਕੀ ਹੁੰਦੀ ਹੈ? ਜਾਗ। ਦੁੱਧ ਤਾਂ ਆਪਣੇ ਘਰੇ ਪਿਆ, ਪਰ ਜਾਗ ਤਾਂ ਕਈ ਵਾਰੀ ਪਹਿਲੀ ਵਾਰ ਗੁਆਂਢੀਆਂ ਤੋਂ ਲਿਆਉਣੀ ਪੈਂਦੀ ਹੈ। ਸ਼ੁਰੂਆਤ 'ਚ ਆਪਣੇ ਘਰ ਦਹੀਂ ਨਹੀਂ ਹੁੰਦੀ, ਫਿਰ ਦਹੀਂ ਬਣ ਜਾਂਦੀ ਹੈ ਬਥੇਰੀ, ਪਰ ਪਹਿਲੀ ਵਾਰ ਜਾਗ ਕਿਸੇ ਹੋਰ ਤੋਂ ਲੈਣੀ ਪੈਂਦੀ ਹੈ। ਇਸੇ ਤਰ੍ਹਾਂ ਪਹਿਲੀ ਵਾਰ ਜਾਗ ਗੁਰੂ ਤੋਂ ਲਵਾਉਣੀ ਪੈਂਦੀ ਹੈ, ਫਿਰ ਤਾਂ ਅੰਦਰੋਂ ਜਾਗ ਪੈਣਾ। ਪਹਿਲਾਂ ਗੁਰੂ ਜਾਗ ਲਾਉਂਦਾ ਇਸ ਨੂੰ ਆਪਦੇ ਕੋਲੋਂ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਮੰਤਰ ਦਾ ਜਾਪ ਦੇ ਕੇ ਜਾਗ ਲਾਈ ਜਾਂਦੀ ਹੈ। ਜਿਸ ਤਰ੍ਹਾਂ ਗੁਰੂ ਉਸੇ ਤਰ੍ਹਾਂ ਇਸ ਨੂੰ ਨਾਮ ਦੀ ਕਣੀ ਦਿੰਦਾ ਹੈ, ਅੰਮ੍ਰਿਤ ਦੀ ਬੂੰਦ ਦਿੰਦਾ ਹੈ,
ਫਿਰ ਉਸ ਨੂੰ ਜੰਮ ਗਿਆ। ਲੰਮਾ ਸਮਾਂ ਫਿਰ ਉਸ ਨੂੰ ਚੁੱਪ ਕੀਤਾ ਜਾਂਦਾ ਹੈ। ਹੋਏ ਨਿਰਾਸ ਜਮਾਵਹੁ। ਨਿਰਾਸ, ਨਿਰਾਸ ਦਾ ਮਤਲਬ ਸੰਸਾਰ ਵੱਲੋਂ ਉਦਾਸ ਹੋ ਕੇ ਹੁਣ ਉਧਰ ਧਿਆਨ ਰੱਖੋ। ਸੁਰਤ ਸਮਾਏ ਨ ਹੋਏ ਨਿਰਾਸ ਜਮਾਵੋ। ਜਿਵੇਂ ਆਪਾਂ ਸਾਰੀ ਰਾਤ ਰਿੜਕਣੇ ਨੂੰ ਹਿਲਾਉਂਦੇ ਨਹੀਂ ਗੇ, ਜੇ ਕੋਈ ਵਾਰ-ਵਾਰ ਉੱਠ ਕੇ ਹਿਲਾ ਕੇ ਵੇਖੀ ਜਾਵੇ ਜੰਮਿਆ ਕਿ ਨਹੀਂ ਜੰਮਿਆ, ਉਹਨੇ ਜੰਮਣਾ ਹੀ ਨਹੀਂ। ਇਸ ਕਰਕੇ ਟਿਕਾਉਣਾ ਪੈਂਦਾ ਪਹਿਲਾਂ। ਹੋਏ ਨਿਰਾਸ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਉੱਥੇ ਹੁਣ ਕੀ ਹੈ? ਰਿੜਕਣਾ ਹੈ। ਰਿੜਕਣੇ ਵਿੱਚ ਇੱਕੋ ਹੀ ਆਵਾਜ਼ ਆਉਂਦੀ ਆ, ਖੱਲ ਖੱਲ ਦੀ। ਉਹਦੇ ਵਿੱਚ ਜਦੋਂ ਮਧਾਣੀ ਚੱਲਦੀ ਹੈ, ਇਸੇ ਤਰ੍ਹਾਂ ਤੇਰੇ ਅੰਦਰ ਇੱਕੋ ਹੀ ਆਵਾਜ਼ ਆਵੇ ਨਾਮ ਦੀ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਹੁਣ ਉਹਦੇ ਰਿੜਕਣ ਦੇ ਢੰਗ ਨਾਲ ਜਪਣ ਦਾ ਢੰਗ ਵੀ ਇੱਥੇ ਦੱਸਦੇ ਆ ਪਾਤਸ਼ਾਹ, ਕਿ ਜਿਸ ਤਰ੍ਹਾਂ ਫਿਰ ਉਹ ਤੜਕੇ ਉੱਠਦੀ ਆ, ਉਹਦੇ ਵਿੱਚ ਮਧਾਣੀ ਪਾਉਂਦੀ ਆ। ਹੋਏ ਨਿਰਾਸ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਬੀਬੀ ਨੇ ਮਧਾਣੀ ਦਾ ਫੁੱਲ ਵਾਲਾ ਪਾਸਾ ਰਿੜਕਣੇ 'ਚ ਪਾਇਆ, ਉਤਲੇ ਡੰਡੇ ਉੱਤੇ ਉਸਨੇ ਨੇਤਰਾ ਲਪੇਟਿਆ, ਰੱਸਾ 2 ਫੁੱਟ ਦਾ 10 ਫੁੱਟ ਦਾ। ਤਾਂ ਗੁਰੂ ਪਿਆਰਿਓ, ਉਹ ਮੀਟਰ 1.5 ਮੀਟਰ ਦਾ ਰੱਸਾ ਜਿਹੜਾ ਹੈ ਉਹਨੂੰ ਨੇਤਰਾ ਕਹਿੰਦੇ ਆ। ਉਹ ਨੇਤਰਾ ਉਸ ਦੇ ਦੁਆਲੇ ਲਪੇਟਿਆ ਮਧਾਣੀ ਦੇ, ਅਤੇ ਮਧਾਣੀ ਦੇ ਸਿਰੇ 'ਤੇ ਕੀ ਲੱਗਿਆ? 2 ਲੱਕੜ ਦੀਆਂ ਗੁੱਲੀਆਂ। ਉਹਨੂੰ ਬਾਣੀ ਵਿੱਚ ਈਟੀ ਕਿਹਾ। ਹੁਣ ਬਾਬਾ ਜੀ ਕਹਿੰਦੇ ਜਿਸ ਤਰ੍ਹਾਂ ਉਹ ਬੀਬੀ ਨੇ ਮਧਾਣੀ ਪਾਈ ਰਿੜਕਣੇ ਵਿੱਚ ਅਤੇ ਆ ਬੈਠ ਗਈ ਆ ਇੱਕ ਪੀੜ੍ਹੀ ਉੱਤੇ ਉਹਦੇ ਬਰਾਬਰ ਹੋ ਕੇ, ਅਤੇ ਐਂ ਟਿਕਾ ਕਰਕੇ ਆਪਣੇ ਸਰੀਰ ਨੂੰ ਅਚਲ ਕਰਕੇ, ਅਤੇ ਫਿਰ ਉਸ ਨੇ ਉਸ ਦੀਆਂ ਗੁੱਲੀਆਂ ਫੜੀਆਂ, ਦੋਨੇ ਈਟੀਆਂ, ਔਰ ਉਹਨਾਂ ਨੂੰ ਮਜ਼ਬੂਤੀ ਨਾਲ ਫੜਦੀ ਹੈ, ਅਤੇ ਫੜ ਕੇ ਅਤੇ ਉਸ ਨੂੰ ਕੇਵਲ ਆ 2 ਬਾਹਾਂ ਹਿਲਾ ਕੇ ਰਿੜਕਦੀ ਹੈ। ਬਾਕੀ ਸਰੀਰ ਅਡੋਲ ਹੈ, ਉਸਦਾ ਧਿਆਨ ਉਹਦਾ ਮਧਾਣੀ ਵਿੱਚ ਹੈ। ਪੂਰਾ ਧਿਆਨ ਰੱਖਣਾ ਪੈਂਦਾ, ਨਹੀਂ ਤਾਂ ਮਧਾਣੀ ਉੱਪਰ ਜਾ ਕੇ ਥੱਲੇ ਵੱਜੀ ਅਤੇ ਰਿੜਕਣਾ ਟੁੱਟ ਜਾਂਦਾ, ਸਭ ਕੁਝ ਨਿਕਲ ਜਾਂਦਾ ਵਿੱਚੋਂ। ਇਸ ਕਰਕੇ ਹੋਏ ਨਿਰਾਸ ਜਮਾਵੋ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨਾ ਆਵੇ। ਹੁਣ ਜੇ ਉਹ ਬੀਬੀ ਆਲਸੀ ਹੋ ਜੇ, ਰਿੜਕਣੀ ਨੀਂਦ ਆ ਜਾਵੇ, ਅਤੇ ਮਧਾਣੀ ਰਿੜਕਣੇ ਵਿੱਚ ਵੱਜ ਸਕਦੀ ਆ, ਅਤੇ ਨਾਮ ਜਪਣ ਵਾਲੀ ਨੀਂਦ ਆ ਜਾਵੇ ਅਤੇ ਨਾਮ ਨਹੀਂ ਜਪਿਆ ਜਾਣਾ, ਉਹ ਵੀ ਖਰਾਬ ਹੋ ਸਕਦਾ। ਕਹੋ ਸਤਿਨਾਮ ਸ੍ਰੀ। ਈਟੀ ਜਿਵੇਂ ਗੁੱਲੀਆਂ ਫੜੀਆਂ ਨੇਤਰੇ ਦੀਆਂ, ਉਸੇ ਤਰ੍ਹਾਂ ਹੀ ਚੰਗੀ ਤਰ੍ਹਾਂ ਤੂੰ ਇਹ ਮਨ ਨੂੰ ਫੜ ਕੇ ਰੱਖ। ਮਤਲਬ ਫੜਨਾ ਕਿਵੇਂ? ਇਹਨੂੰ ਇਹਦੇ ਵਿੱਚ ਸੁੱਟ ਰੱਖਣੀ ਆ, ਵੀ ਕਿਤੇ ਨਾਮ ਜਪਦੇ ਆ ਮਨ ਬਾਹਰ ਤਾਂ ਨਹੀਂ ਜਾਂਦਾ, ਕਿਉਂਕਿ ਇਹਦੀ ਆਦਤ ਬਣੀ ਹੋਈ ਹੈ, ਸੁਭਾਅ ਬਣਿਆ ਲੰਮੇ ਸਮੇਂ ਤੋਂ। ਇਹ ਬਾਂਦਰ ਦੀ ਨਿਆਈ ਟਿਕ ਕੇ ਨਹੀਂ ਬਹਿੰਦਾ, ਛਾਲਾਂ ਮਾਰਦਾ ਰਹਿੰਦਾ। ਇਸ ਕਰਕੇ ਤੇ ਪਹਿਰਾ ਦੇਣਾ ਪੈਂਦਾ ਨਾਲ ਨਾਲ, ਵੀ ਕਿਤੇ ਟੇਢਾ ਤਾਂ ਨਹੀਂ ਜਾ ਰਿਹਾ, ਨਾਮ ਨੂੰ ਛੱਡ ਕੇ ਭੱਜਦਾ ਤਾਂ ਨਹੀਂ। ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨਾ ਆਵੇ। ਅਗਲਾ ਪੁਆਇੰਟ ਹੈ, ਜਿਵੇਂ ਮਧਾਣੀ ਖੱਬੇ ਸੱਜੇ ਘੁੰਮਦੀ ਆ, ਔਰ ਉਹ ਮਧਾਣੀ ਨੂੰ ਓਨਾ ਚਿਰ ਘੁਮਾਇਆ ਜਾਂਦਾ ਜਿੰਨਾ ਚਿਰ ਦਹੀਂ 'ਚੋਂ ਮੱਖਣ ਨਿਕਲ ਕੇ ਉੱਤੇ ਨਾ ਆ ਜੇ। ਰਸਨਾ ਨਾਮ ਜਪੋ ਤਵ ਮਥੀ ਹੈ। ਉਹਦਾ ਰਿੜਕਣਾ ਦੁੱਧ ਨੂੰ, ਇਹਦਾ ਰਿੜਕਣਾ ਹੈ ਨਾਮ ਨੂੰ। ਵਾਹ ਗੁਰੂ 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 ਵਾਹ ਗੁਰੂ। ਇਹ ਇੱਕੋ ਹੀ ਆਵਾਜ਼ ਹੈ ਨਾ, ਅਤੇ ਇੱਕੋ ਹੀ ਆਵਾਜ਼ ਰਿੜਕਣੇ ਵਿੱਚ ਮਧਾਣੀ ਦੀ ਆ। ਕਹੋ ਸਤਿਨਾਮ ਸ੍ਰੀ। ਜਿਸ ਤਰ੍ਹਾਂ ਮਧਾਣੀ ਇੱਕੋ ਹੀ ਕੰਮ ਕਰ ਰਹੀ ਆ, ਕਦੇ ਖੱਬੇ ਜਾਂਦੀ ਆ, ਕਦੇ ਸੱਜੇ ਜਾਂਦੀ ਆ, ਦਹੀਂ ਨੂੰ ਹਿਲਾ ਰਹੀ ਆ, ਅਤੇ ਹਿਲਾਉਂਦਿਆਂ ਹਿਲਾਉਂਦਿਆਂ ਉਹਦੇ ਵਿੱਚੋਂ ਇੱਕ ਥਣ ਮੱਖਣੀ ਬਾਹਰ ਆ ਜਾਣੀ ਆ। ਅਤੇ ਜਦੋਂ ਇੱਕ ਵਾਰੀ ਮੱਖਣੀ ਬਾਹਰ ਆ ਗਈ ਨਾ, ਅਤੇ ਮੁੜ ਕੇ ਉਹਦਾ ਘਿਓ ਬਣ ਜਾਣਾ। ਮੁੜ ਕੇ ਘਿਓ ਲੱਸੀ ਵਿੱਚ ਨਹੀਂ ਮਿਲ ਸਕਦਾ। ਕਹੋ ਸਤਿਨਾਮ ਸ੍ਰੀ। ਜਿਹੜਾ ਘਿਓ ਹੈ
ਲੱਸੀ ਵਿੱਚ ਨਹੀਂ ਮਿਲਦਾ। ਇਸੇ ਤਰ੍ਹਾਂ ਹੀ ਜਿਹੜੇ ਮਨੁੱਖ ਗੁਰੂ ਵਾਲੇ ਬਣ ਕੇ ਉੱਚੇ ਉੱਠ ਗਏ, ਉਹ ਮੁੜ ਕੇ ਉਹਨਾਂ ਵਿਕਾਰਾਂ ਵਿੱਚ ਨਹੀਂ ਜਾਂਦੇ। ਹਰ ਤਨ ਜਿਨੀ ਸੰਜਿਆ ਸਈ ਗੰਭੀਰ ਅਪਾਰ ਜੀਓ। ਜਿਨ੍ਹਾਂ ਨੇ ਹਰੀ ਦੇ ਨਾਮ ਦਾ ਧਨ ਇਕੱਠਾ ਕਰ ਲਿਆ, ਉਹ ਡੂੰਘੇ ਹੋ ਗਏ, ਉਹਨਾਂ ਦੀ ਸੁਰਤ ਡੂੰਘੀ ਹੋ ਗਈ, ਉਹਨਾਂ ਦਾ ਖਿਆਲ ਡੂੰਘਾ ਹੋ ਗਿਆ, ਉਹਨਾਂ ਦੀ ਸੋਚ ਡੂੰਘੀ ਹੋ ਗਈ। ਸਮੁੰਦਰ ਵਿੱਚ ਇੱਕ ਸਿੱਪੀ ਹੁੰਦੀ ਆ। ਸਿੱਪੀ ਜਾਨਵਰ ਹੈ, ਇਹਦੇ 2 ਖੋਪੜ ਹੈ, ਉਹ ਇੱਦਾਂ ਇੱਦਾਂ ਚੱਲਦੀ ਰਹਿੰਦੀ ਹੈ। ਖੋਪੜ ਦੇ ਵਿੱਚ ਉਹ ਜਾਨਵਰ ਹੈ ਅਤੇ ਉਹਦੇ ਖੋਪੜ ਸਮੁੰਦਰ ਵਿੱਚ ਇੱਦਾਂ ਘੁੰਮਦੇ ਰਹਿੰਦੇ ਆ, ਇੱਦਾਂ ਚੱਲਦੀ ਰਹਿੰਦੀ ਆ। ਅਤੇ ਜਦੋਂ ਕਿਤੇ ਕਣੀਆਂ ਪੈਂਦੀਆਂ ਨਾ, ਕੋਈ ਸਵੰਤੀ ਬੂੰਦ ਉਹਨਾਂ ਕਣੀਆਂ ਦੇ ਵਿੱਚੋਂ ਇਹਦੇ ਵਿੱਚ ਡਿੱਗ ਜਾਂਦੀ ਹੈ ਸਿੱਪੀ ਦੇ। ਜਦੋਂ ਵਿੱਚ ਡਿੱਗ ਜਾਂਦੀ ਹੈ, ਇਹਦੇ ਖੋਪੜ ਦੋਨੇ ਬੰਦ ਹੋ ਜਾਂਦੇ ਆ ਅਤੇ ਉਸ ਬੂੰਦ ਨੂੰ ਲੈ ਕੇ ਸਿੱਪੀ ਜਿਹੜੀ ਸਮੁੰਦਰ ਦੇ ਹੇਠਾਂ ਤਲ 'ਤੇ ਚਲੀ ਜਾਂਦੀ ਆ, ਉੱਥੇ ਜਾ ਕੇ ਟਿਕ ਜਾਂਦੀ ਆ। ਫਿਰ ਜਦੋਂ ਛੱਲਾਂ ਮਾਰਦੀਆਂ, ਕਦੇ ਸਮੁੰਦਰ ਦੇ ਵਿੱਚ ਛੱਲਾਂ ਆਉਂਦੀਆਂ ਅਤੇ ਉਹ ਛੱਲਾਂ ਫਿਰ ਸਮੁੰਦਰ ਦੇ ਵਿੱਚੋਂ ਸਮਾਨ ਕੱਢ ਕੱਢ ਕੇ ਬਾਹਰ ਛੱਡਦੀਆਂ ਕਈ ਵਾਰੀ। ਅਤੇ ਉਹ ਸਿੱਪੀਆਂ ਵੀ ਜਦੋਂ ਬਾਹਰ ਆਉਂਦੀਆਂ ਛੱਲਾਂ ਦੇ ਨਾਲ, ਅਤੇ ਜਾਣਕਾਰ ਉਹਨਾਂ ਸਿੱਪੀਆਂ ਨੂੰ ਤੋੜ ਕੇ ਵਿੱਚੋਂ ਮੋਤੀ ਕੱਢ ਲੈਂਦੇ ਆ। ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਹੀ ਜਦੋਂ ਇਹਦੇ ਅੰਦਰੋਂ ਨਾਮ ਦੀ ਕਣੀ ਵਸ ਗਈ, ਇਹਦੇ ਵਿੱਚ ਸ਼ਬਦਾਂ ਦੇ ਮੋਤੀ ਨਿਕਲਣੇ ਆ। ਰਸਨਾ ਨਾਮ ਜਪੋ ਤਾਂ ਮਥੀਐ, ਇਨ ਵਿਦ ਅੰਮ੍ਰਿਤ ਪਾਵੋ। ਮਨ ਸੰਪਟ ਜਿਤ ਸਤਸਰ ਨਹਾਵਣ। ਜਿਵੇਂ ਸਰੋਵਰ ਦੇ ਵਿੱਚ ਚੁੱਭੀ ਲਾਉਣੇ ਆ ਨਾ, ਇਸ ਮਨ ਨੂੰ ਸ਼ਬਦ ਵਿੱਚ ਐਂ ਡਬੋ ਦਿਓ, ਸੱਚ ਵਿੱਚ ਡਬੋ ਲਓ। ਜਿਵੇਂ ਸਰੋਵਰ ਵਿੱਚ ਡੁੱਬਦਾ ਸਰੀਰ, ਸੱਚ ਵਿੱਚ ਡੁਬੋ ਲਓ ਮਨ ਨੂੰ, ਸੱਚ ਤੋਂ ਬਾਹਰ ਨਾ ਜਾਓ, ਸੱਚ ਨਾਲ ਜੁੜੋ। ਸੰਪਟ ਕਰਨਾ ਹੁੰਦਾ ਬੰਦ ਕਰਨਾ। ਜਿਵੇਂ ਕਈ ਗੁਰੂ ਘਰਾਂ ਦੇ ਵਿੱਚ ਸੰਪਟ ਪਾਠ ਕਰਨ ਦੀ ਆਦਤ ਹੈ। ਕੀ ਹੁੰਦਾ ਉਹ? ਪਹਿਲਾਂ ਵੀ ਮੂਲ ਮੰਤਰ ਹੈ, ਵਿਚਾਲੇ ਸ਼ਬਦ ਹੈ, ਪਿੱਛੇ ਮੂਲ ਮੰਤਰ ਹੈ। ਬਾਰ ਬਾਰ ਇੱਕ ਵਾਰੀ ਸ਼ਬਦ ਪੜ੍ਹਨਾ, 2 ਵਾਰੀ ਮੂਲ ਮੰਤਰ ਪੜ੍ਹਨਾ, ਅੱਗੋਂ ਪਿੱਛੋਂ ਬੰਦ ਕਰ ਦੇਣਾ ਮੂਲ ਮੰਤਰ ਪੜ੍ਹ ਕੇ। ਇਹਨੂੰ ਸੰਪਟ ਕਹਿੰਦੇ ਆ, ਸੰਪਟ ਲਾਉਣਾ। ਤਾਂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਮਨ ਸੰਪਟ ਜਿਤ ਸਤਸਰ ਨਹਾਵਣ, ਭਾਵਨ ਪਾਤੀ ਤ੍ਰਿਪਤ ਕਰੈ। ਭਾਵਨਾ, ਹੁਣ ਗੁਰੂ ਦੇ ਨਾਲ ਤੇਰੀ ਸ਼ਰਧਾ ਭਾਵਨਾ ਵੀ ਬਣੀ ਹੋਵੇ। ਪਾਤੀ ਹੁੰਦਾ ਪ੍ਰਸ਼ਾਦਾ, ਰੋਟੀ। ਭਾਵਨ ਸ਼ਰਧਾ ਭਾਵਨਾ ਹੀ ਤੈਨੂੰ ਰਜਾਵੇਗੀ, ਗੁਰੂ ਦੀ ਕਿਰਪਾ ਤਾਂ ਮਿਲੇਗੀ। ਭਾਵਨਾ ਵੀ ਹੋਵੇ। ਭਾਵਨ ਪਾਤੀ ਤ੍ਰਿਪਤ ਕਰੈ, ਕਹਿੰਦੇ ਕਹੇ ਕਹੇ ਕਹਿ ਜਾਵੇ, ਤੁਮ ਸਰ ਅਵਰ ਨ ਕੋਈ। ਉਸ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਿਆ, ਅਤੇ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਉਹਨਾਂ ਦਾ ਵੀ ਅੰਤ ਨਹੀਂ। ਮੰਨੇ ਕੀ ਗਤ ਕਹੀ ਨਾ ਜਾਏ। ਆਏ ਬਹੁਤ ਕਹੇ, ਕਹਿੰਦੇ ਕਹਿ ਕਹਿ ਕੇ ਚਲੇ ਗਏ, ਪਰ ਜਿਨ੍ਹਾਂ ਨੇ ਪਾਲਿਆ ਉਹਨਾਂ ਦੇ ਵਰਗਾ ਦੁਨੀਆ 'ਚ ਕੋਈ ਨਹੀਂ। ਤਾਂ ਇਸ ਕਰਕੇ ਬਾਬਾ ਜੀ ਕਹਿੰਦੇ ਆਓ ਹਰ ਅਮਿਓ ਰਸਾਇਣ ਪੀਵੀ ਹੈ। ਉਹ ਅਮਰ ਦੀ ਬੂੰਦ ਅੰਦਰੋਂ ਨਿਕਲਣੀ ਹੈ ਜੀਭ ਨਾਲ ਰਿੜਕ ਕੇ। ਜੀਭ ਨਾਲ ਰਿੜਕਣਾ ਸ਼ਬਦ ਨੂੰ। ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਕਹਿੰਦੇ ਹਰ ਅਮਿਓ ਰਸਾਇਣ ਪੀਵੀਐ, ਮੋਹ ਡਿਠੈ ਜਨ ਕੈ ਜੀਵੀਐ। ਕਾਰਜ ਸਭ ਸਵਾਰ ਲੈ, ਨਿਤ ਪੂਜੋ ਗੁਰ ਕੇ ਪਾਪ ਜੀਓ। ਸਿੱਖਾ ਤੇਰੇ ਕਾਰਜ ਤਾਂ ਰਾਸ ਆਉਣੇ ਹੈ ਜੇ ਰੋਜ਼ਾਨਾ ਗੁਰੂ ਦੇ ਚਰਨਾਂ ਨਾਲ ਜੁੜੇਗਾ। ਗੁਰੂ ਨੂੰ ਨਮਸਕਾਰ ਕਰਨੀ ਵੀ ਜ਼ਰੂਰੀ ਆ। ਆਪ ਜੀ ਰੋਜ਼ਾਨਾ ਸੁਬਾਹ ਸੁਬਾਹ ਮੱਥਾ ਟੇਕਣ ਵਾਸਤੇ ਆਉਂਦੇ ਹੋ। ਇਹਦਾ ਕੀ ਮਤਲਬ ਹੈ? ਸਿਆਣੇ ਬੰਦੇ ਕਹਿੰਦੇ ਆ, ਸੀਸ ਨਿਵਾਇਆ ਗਿਰ ਪਰੈ, ਬਹੁ ਪਾਪਣ ਕੀ ਪੋਠ। ਤਾਂ ਤੇ ਸੀਸ ਨਿਵਾਈਐ, ਲੱਗੇ ਨਾ ਜਮ ਕੀ ਚੋਟ। ਜੇ ਸਿਰ ਦੇ ਉੱਤੇ ਕੋਈ ਪੰਡ ਰੱਖੀ ਹੁੰਦੀ ਆ, ਜੇ ਸਿਰ ਨੂੰ ਆਪਾਂ ਇੱਦਾਂ ਕਰ ਦਈਏ, ਉਹ ਪੰਡ ਡਿੱਗ ਪੈਂਦੀ ਆ। ਜਿਹੜਾ ਸਿਰ ਗੁਰੂ ਚਰਨਾਂ ਵਿੱਚ ਆ ਕੇ ਝੁਕ ਜਾਂਦਾ ਹੈ, ਉਹਦੇ ਸਿਰ ਤੋਂ ਪਾਪਾਂ ਦੀ ਪੰਡ ਡਿੱਗ ਜਾਂਦੀ ਹੈ। ਸੀਸ ਨਿਵਾਇਆ ਗਿਰ ਪਰੈ, ਬਹੁ ਪਾਪਣ ਕੀ ਪੋਟ। ਤਾਂ ਤੇ ਸੀਸ ਨਿਵਾਈਐ, ਲੱਗੇ ਨਾ ਜਮ ਕੀ ਚੋਟ। ਆਓ ਫਿਰ ਕਿਉਂ ਨਾ ਗੁਰੂ ਚਰਨਾਂ ਵਿੱਚ ਸੀਸ ਰੱਖੀਏ, ਜਮਾਂ ਤੋਂ ਬਚਣ ਲਈ।
सिर तो भार लै जाऊगा सारे विषे विकारां दा, पापां दा, माड़े कर्मां दा भार। गुरु नूं मत्था टेक के लैंदा। मोह डिठै जन कै जीवीऐ, कार सब सवार लै, नित पूजो गुर के पाव जियो। जो हर कीता अपना, तिनै गुसाई जापना। हुण जपदे कौन आ? मैं तो आपां सारी आउणे आ, पर इन्हां दे विचों जिन्हां नूं गुरु आपदे बना लैंदा है ते गुरु की ईर्खा करदा नहीं, गुरु भावना वेखदा। भावनी भगत होए कौडी, अगर भाग राखै सतगुरु ताहे सर्ब निधान दान देत है। चरण शरण गुरु एक पैंडा जाए चल, सतगुरु कोट पैंडा आग्या होए लेता। वो पैंडा भावना दा, भावन पाती तृप्त करे। जिदे भावना वाला कदम आपां चक लिया, उदे गुरु ने बांह फड़ लेनी आके। पैरां दे कदमां दी गल नहीं भी असीं घरे बैठे 2 कदम चलीए तो गुरु फिर बांह फड़ के लियावे, उदां नहीं। जिदे तुहाडी भावना बन गई, घरे बैठिਆਂ दी मजबूरी है, किसी तरह गुरु घर आ नहीं सकते तुसीं, पर तुहाडी अंदर खिच पै रही है, मैं जाना सी गुरु घर, मैं की करा, मैं फसिया होया, मैं धंधिਆਂ 'ਚ, मैं ਕੰਮਾਂ ਦੇ ਵਿੱਚ, मैं ड्यूटी ਦੇ ਵਿੱਚ फसिया, मैं किवें जावां गुरु घर। ਜਦੋਂ ਤੁਹਾਡੇ ਅੰਦਰ ਪ੍ਰਬਲ ਇੱਛਾ ਪੈਦਾ ਹੋ ਗਈ ਨਾ ਆਉਣ ਦੀ, ਤੇ ਗੁਰੂ ਨੇ ਕੋਈ ਬਹਾਨਾ ਬਣਾ ਕੇ ਤੁਹਾਨੂੰ ਲੈ ਆਉਣਾ। ਕਹੋ ਸਤਨਾਮ, ਕੋਈ ਬਹਾਨਾ ਬਣੇ, गुरु ने आप लैके आउणा। चरण शरण गुरु एक पैंडा जाए चलो, भावना वाला पैंडा है, शरधा वाला। भावन पाती तृप्त करे, तो चरण शरण गुरु एक पैंडा जाए चल, सतगुरु कोट पैंडा आग्या होए लेत है। हुण भेटा, कोई भेटा दा भुखा इस तरह नहीं भी जिहड़ा लाख रुपया मत्था टेको उहनूं बाहला प्यार करदा है। इत्थे तां भावना की गल है। भावनी भगत होए कौडी, अगर भाग राखै सतगुरु ताहे सर्ब निधान दान देता है। गुरु तां कौडी लियाउण वाले सिख नूं भी सारे खजाने देण नूं तैयार हो जांदा, क्योंकि वो कौडियां जां समान नहीं वेखदा, वो तां भावना शरधा वेखदा भी किन्नी क भावना इहदी मेरे प्रति। प्रीतम जी कहंदे, जो हर कीता अपना तिनै गुसाई जापना। जिन्हां नूं मालक ने आपदे बना लिया, वो मालक नूं जपदे हन, ते जिहड़े मालक नूं जपदे हन, सो सूरा प्रधान। सो प्रधान हुंदा है सत्कारयोग हस्ती, जिन्हों असीं किसी कारज विच मुखी बना लईए, ते सतगुरां नूं इह प्रधानगी सतगुरां ने उन्हां पंजां नूं दित्ती जिन्हां ने सतगुर दे बचन मन्ने, सीस भेट कीते। 5 प्रवान 5 प्रधान, पंचां का गुर एक ध्यान, इन्हां पंजां ने एक नाल जुड़ना कीता। सो सूरा प्रधान, सो वो सूरमा है। सूरा सो पहचानिए जो लड़े, जो लड़े गुरु के हेत, जिहड़ा गुरु नूं धर्म नूं मुख रख के लड़ाई करदा है, भाव अपने मन दे उत्ते भी लड़ाई चलदी है, अंदर भी लड़ाई चलदी है, बाहर भी चलदी। सूरा सो पहचानी है जो लड़ै धर्म कै हेत, पुरजा पुरजा कट मरे कबू ना छाड़े खेत। जिहड़ा अपना धर्म ना छड्डे, धर्म दे पिछे लड़ मरे। जिवें कल दिहाड़ा सीगा, भाई महा सिंह होरां ने विदावे वाला कागज पढ़वाउण वास्ते अपनियां जानां वार दित्ती, ते जे उदों ना पालिया जांदा विदावा, तो रहिंदी दुनिया तक ये लांभे जिहड़े मिलते रहने सी कि माझे वाले गुरु नूं छड्ड गए सी। कहो सतनाम सी। ये लांभे फिर खत्म नहीं सी होने दुनिया रहिंदी तक, क्योंकि विदावे पाड़न वाला अलोप हो जाता, लिखण वाले महा सिंह होरी चले जाते, फिर कौन पढ़वाउंदा ते कौन पाड़दा। कहो सतनाम श्री। महा सिंह ने फिर उस वेले ही अपनी जान वार के वो विदावे का कागज पढ़वाया। खैर, जो हर कीता अपना तिनै गुसाई जापना। सो सूरा प्रधान, सो मस्तक जिसदा भाग जियो। जिन्हां दे मत्थे दे वड्डे भाग हन, पातशाह जी कहंदे ओ सूरमे हन, ओ जोधे हन, ओ परमेश्वर विच मिलण वाले हन। सो सूरा प्रधान, सो
ਮਸਤਕ ਜਿਸਦਾ ਭਾਗ ਜੀਓ, ਮਨ ਮੰਦੇ ਪ੍ਰਭ ਅਵਗਾਹੀਆ। ਕਹਿਣ ਲੱਗੇ ਆਓ ਉਹ ਪਰਿਪੂਰਨ ਪਰਮੇਸ਼ਰ ਜੋ ਪਰਮਾਤਮਾ ਹੈ ਉਹ ਸਾਡੇ ਅੰਦਰ ਹੀ ਵਸਦਾ ਹੈ। ਮਨ ਮੰਦੇ, ਮੱਧ ਵਿੱਚ ਭਾਵ ਮਨ ਦੇ ਵਿੱਚ ਗੁਰੂ ਦਾ ਉਪਦੇਸ਼ ਜਿਹੜਾ ਹੈ, ਅਗਵਾਈ। ਅਗਵਾਈ ਕੀ ਹੈ? ਅਗਵਾਈ ਕੌਣ ਕਰਦਾ? ਜਿਹੜਾ ਸਾਨੂੰ ਕੋਈ ਰਸਤਾ ਦੱਸਦਾ ਉਹ ਅਗਵਾਈ ਕਰਦਾ। ਗੁਰੂ ਦਾ ਉਪਦੇਸ਼ ਹੈ ਜਿਹੜਾ ਇਹ ਸਾਡੀ ਅਗਵਾਈ ਕਰਦਾ। ਆਓ ਗੁਰੂ ਦੇ ਬਖਸ਼ੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਰੱਖੀਏ। ਇਹ ਸਾਡਾ ਮਾਰਗ ਦਰਸ਼ਨ ਕਰਨ ਵਾਲਾ ਹੈ। ਮਨ ਮੰਦੇ ਪ੍ਰਭ ਅਵਗਾਹੀਆ, ਰਸ ਭੋਗਣ ਪਾਤਸ਼ਾਹੀਆਂ। ਤੇ ਜਿਨ੍ਹਾਂ ਨੇ ਗੁਰੂ ਦੀ ਅਗਵਾਈ ਵਿੱਚ ਵਿਚਰਨਾ ਕੀਤਾ। ਅਸੀਂ ਜਦੋਂ ਨਗਰ ਕੀਰਤਨ ਕੱਢਦੇ ਹਾਂ ਤੇ ਉਦੋਂ ਅਰਦਾਸ ਕੀ ਕੀਤੀ ਜਾਂਦੀ ਹੈ? ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਪ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਕਰਨ ਲੱਗੇ। ਉਸ ਵੇਲੇ ਪੰਜ ਪਿਆਰੇ ਅਗਵਾਈ ਕਰਦੇ ਆ। ਤਾਂ ਪੰਜ ਪਿਆਰੇ ਗੁਰੂ ਦਾ ਸਰੂਪ ਹੈ। ਛਤਰ ਛਾਇਆ ਸਾਰਾ ਜਿਹੜਾ ਹੈ ਕਿਰਪਾ ਦ੍ਰਿਸ਼ਟੀ ਉਹਦੇ ਉੱਤੋਂ ਦੀ ਪਰਮੇਸ਼ਰ ਦੀ ਵੀ ਹੈ, ਗੁਰੂ ਦੀ ਵੀ ਹੈ। ਤੋ ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਓ ਜਿਨ੍ਹਾਂ ਨੇ ਗੁਰੂ ਦੀ ਅਗਵਾਈ ਦੇ ਵਿੱਚ ਮਨ ਦੇ ਵਿੱਚ ਗੁਰੂ ਦਾ ਉਪਦੇਸ਼ ਰੱਖ ਕਰਕੇ ਵਿਚਰਨਾ ਕੀਤਾ। ਰਸ ਭੋਗਣ ਪਾਤਸ਼ਾਹੀਆਂ, ਉਹ ਰਾਜ ਭਾਗ ਭੋਗਦੇ ਆ। ਅਮਰਾਜ ਵਾਲੇ ਅਮਰਿੰਦਰ ਕੈਪਟਨ ਕੇ ਵੱਡੇ, ਇਹਨਾਂ ਦਾ ਵੱਡਾ ਕਾਲਾ ਹੋਇਆ 7ਵੇਂ ਪਾਤਸ਼ਾਹ ਵੇਲੇ। ਕਾਲੇ ਦਾ ਭਰਾ ਤਾਂ ਮਾਰਿਆ ਗਿਆ ਸੀ, ਉਹਦੇ ਭਤੀਜੇ ਸਨ। ਤੇ ਉਹਦੇ ਭਤੀਜੇ ਜਿਹੜੇ ਹਨ ਉਸਨੇ ਗੋਦ ਚੱਕੇ ਇੱਕ ਦਿਨ। ਉਹਨਾਂ ਨੂੰ ਖਿਡਾਉਂਦਾ ਖਿਡਾਉਂਦਾ 7ਵੇਂ ਪਾਤਸ਼ਾਹ ਕੋਲ ਆ ਗਿਆ। ਛੋਟੇ ਬੱਚੇ ਸੀਗੇ, ਕੁੜਤੇ ਕਰਤੇ ਪਾਏ ਨਹੀਂ ਸੀਗੇ। ਤੇ 7ਵੇਂ ਪਾਤਸ਼ਾਹ ਜੀ ਦੇ ਮੂਹਰੇ ਆ ਕੇ ਬਹਿ ਗਿਆ। ਤੇ 7ਵੇਂ ਪਾਤਸ਼ਾਹ ਕਹਿੰਦੇ ਕਾਲਿਆ ਇਹ ਬੱਚੇ ਕੌਣ ਹੈ? ਕਹਿੰਦੇ ਜੀ ਮੇਰੇ ਭਤੀਜੇ ਆ। ਅੱਛਾ। ਉਹ ਬੈਠੇ ਬੈਠੇ ਬੱਚੇ ਨਾ ਢਿੱਡ ਤੇ ਹੱਥ ਮਾਰਨ ਲੱਗੇ। ਇੱਦਾਂ ਖੇਡ ਖੇਡ ਵਿੱਚ ਲੱਗੇ ਹੋਣੇ ਬੱਚੇ। ਜਿਸ ਵੇਲੇ ਪੇਟ ਤੇ ਹੱਥ ਮਾਰਨ ਲੱਗੇ, ਧੰਨ ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ ਕਾਲਿਆ ਇਹ ਕੀ ਮੰਗਦੇ ਆ? ਮਹਾਰਾਜ ਇਹ ਗੁਰੂ ਘਰ ਚੋਂ ਕੁਛ ਮੰਗਦੇ ਆ, ਭੁੱਖੇ ਆ। ਧੰਨ ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਇਹ ਤਾਂ ਰਾਜੇ ਹੋਣਗੇ, ਇਹ ਤਾਂ ਰਾਜੇ ਆ, ਰਾਜੇ। ਕਵੀਸ਼ਰਾਂ ਨੇ ਫਿਰ ਕਵਿਤਾ ਵੀ ਬਣਾਈ, ਕਵੀਸ਼ਰੀ ਬਣਾਈ। ਨਾਭੇ ਪਟਿਆਲੇ ਦੇ ਹੋਣਗੇ ਰਾਜੇ ਗੁਰ ਫਰਮਾਉਂਦੇ, ਕਹੋ ਸਤਨਾਮ ਸ੍ਰੀ। ਉਹ ਕਾਲੇ ਦੇ ਦੋ ਭਤੀਜਿਆਂ ਨੂੰ ਵਰ ਦਿੱਤਾ ਸੀਗਾ, ਜਿਹੜਾ ਇਹਨਾਂ ਅਮਰਿੰਦਰ ਕਾ ਵੱਡਾ ਹੀ ਸੀਗੇ। ਕਹਿੰਦੇ ਇਹ ਨਾਭੇ ਪਟਿਆਲੇ ਦੇ ਰਾਜੇ ਬਣਨਗੇ। ਕਾਲਾ ਬੜਾ ਖੁਸ਼ ਹੋਇਆ। ਕੁਝ ਸਮਾਂ ਬਤੀਤ ਕਰਕੇ ਉੱਥੋਂ ਗੁਰੂ ਪਿਆਰਿਓ ਘਰੇ ਗਿਆ। ਘਰ ਵੱਲ ਨੂੰ ਜਾ ਕੇ ਬੜੀ ਖੁਸ਼ੀ ਖੁਸ਼ੀ ਦੱਸਣ ਲੱਗਿਆ ਕਿ ਮੈਂ ਪਾਤਸ਼ਾਹ ਜੀ ਦੇ ਕੋਲ ਗਿਆ ਸੀਗਾ ਤੇ ਪਾਤਸ਼ਾਹ ਜੀ ਨੇ ਆ ਵਚਨ ਕੀਤੇ। ਇਹਨਾਂ ਬੱਚਿਆਂ ਨੂੰ, ਆਪਣਿਆਂ ਨੂੰ। ਉਹ ਕਹਿੰਦੀ ਤੂੰ ਆਪਣੇ ਜਵਾਕਾਂ ਨੂੰ ਕਿਉਂ ਨਹੀਂ ਲੈ ਕੇ ਗਿਆ? ਹੁਣ ਇਹ ਰਾਜੇ ਬਣਨਗੇ ਤੇ ਸਾਡੇ ਜਵਾਕ ਇਹਨਾਂ ਦੀ ਜਨਤਾ ਬਣ ਗਏ, ਨੌਕਰ ਬਣਨਗੇ। ਇਹ ਤਾਂ ਬਹੁਤ ਮਾੜੀ ਗੱਲ ਹੋ ਗਈ। ਈਰਖਾ ਪੈਦਾ ਹੋ ਗਈ। ਬੀਬੀ ਦੇ ਮਨ 'ਚ ਈਰਖਾ ਪੈਦਾ ਹੋ ਗਈ ਤੇ ਘਰ ਵੱਲ ਨੂੰ ਕਹਿੰਦੀ ਕੱਲ੍ਹ ਨੂੰ ਮੇਰੇ ਮੁੰਡਿਆਂ ਨੂੰ ਲੈ ਕੇ ਜਾਈ। ਹੁਣ ਅੱਜ ਤਾਂ ਕੁਦਰਤੀ ਘਟਨਾ ਘਟੀ ਸੀ ਤੇ ਦੂਜੇ ਦਿਨ ਕਾਲਾ ਜਿਹੜਾ ਹੈ ਆਪਣੇ ਪੁੱਤਰਾਂ ਨੂੰ ਲੈ ਕੇ ਚਲਿਆ ਗਿਆ, ਉਸੇ ਤਰ੍ਹਾਂ ਹੀ ਨੰਗੇ ਪਿੰਡੇ ਕਰਕੇ। ਕੱਲ੍ਹ ਤਾਂ ਕੁਦਰਤੀ ਵਹਿ ਗਿਆ, ਪਰ ਅੱਜ ਸੋਚ ਕੇ ਲੱਗਿਆ ਤੇ ਬੱਚਿਆਂ ਨੂੰ ਸਿਖਾ ਕੇ ਵੀ ਲੱਗਿਆ। ਜਿਸ ਵੇਲੇ ਸਿਖਾ ਕੇ ਲੱਗਿਆ ਤੇ ਬੱਚੇ ਬਿਠਾਤੇ, ਬੱਚੇ ਪੇਟ 'ਤੇ ਹੱਥ ਮਾਰਨ ਲੱਗ ਪਏ ਤੇ ਗੁਰੂ ਪਾਤਸ਼ਾਹ ਜਾਨੀ ਜਾਨ ਸਮਝ ਗਏ ਵੀ ਕੱਲ੍ਹ ਵਾਲੀ ਗੱਲ ਫਿਰ ਭਾਲਦਾ, ਉਹ ਤਾਂ ਕੁਦਰਤੀ ਕੱਲ੍ਹ ਹੋਈ ਸੀ। ਕਹਿਣ ਲੱਗੇ ਕਾਲੀਆ ਇਹ ਬੱਚੇ ਕੀ ਕਹਿੰਦੇ ਆ? ਕਹਿੰਦਾ ਜੀ ਭੁੱਖੇ ਆ, ਤਾਂਹੀਓ ਢਿੱਡ 'ਤੇ ਹੱਥ ਮਾਰਦੇ ਆ, ਕੁਛ ਮੰਗਦੇ ਆ। ਪਾਤਸ਼ਾਹ ਕਹਿੰਦੇ ਕਾਲਿਆ ਕੱਲ੍ਹ ਵਾਲੀ ਗੱਲ ਤਾਂ ਨਹੀਂ ਬਣਨੀ, ਉਹ ਤਾਂ ਉਹ ਹੀ ਸੀਗੇ, ਪਰ ਇਹ ਵੀ ਅਮੀਰ ਹੋਣਗੇ,
ਪੈਸੇ ਵਾਲੇ ਹੋਣਗੇ, ਇਹਨਾਂ ਦੇ ਮੂਹਰੇ ਦੁਨੀਆ ਕੰਮ ਕਰੇਗੀ। ਕਹੋ ਸਤਨਾਮ ਸ੍ਰੀ। ਇਹ ਕਿਸੇ ਦਾ ਟੈਕਸ ਨਹੀਂ ਦੇਣਗੇ, ਇਹਨਾਂ ਨੂੰ ਕੋਈ ਟੈਕਸ ਨਹੀਂ ਪਵੇਗਾ, ਹਾਲਾ ਨਹੀਂ ਪਵੇਗਾ। ਭਾਵ ਬੀਬੀ ਦੀ ਭਾਵਨਾ ਪੂਰੀ ਕਰਤੀ ਵੀ ਮੇਰੇ ਬੱਚੇ ਨੌਕਰ ਨਾ ਬਣ। ਤੋ ਇਸ ਤਰ੍ਹਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਦੇ ਜੋ ਨਾਮ ਜਪਣ ਵਾਲੇ ਆ, ਕਈ ਵਾਰੀ ਗੁਰੂ ਕਿਰਪਾ ਕਰਦਾ ਹੈ, ਰਸ ਭੋਗਣ ਪਾਤਸ਼ਾਹੀਆਂ, ਉਹਨਾਂ ਨੂੰ ਸੰਸਾਰ ਦੇ ਰਾਜ ਵੀ ਦੇ ਦਿੰਦਾ ਹੈ। ਤੇ ਪਰ ਇੱਥੇ ਰਸ ਭੋਗਣ ਪਾਤਸ਼ਾਹੀਆਂ ਦਾ ਅਰਥ ਆਤਮਿਕ ਰਸ ਵੀ ਹੈ। ਉਹਨਾਂ ਨੂੰ ਆਨੰਦ ਦੇ ਭੋਗਣ ਦੀਆਂ ਸੰਸਾਰੀ ਰਾਜ ਵੀ ਮਿਲਦੇ ਆ। ਤਪੋ ਰਾਜ, ਤਪ ਕਰਕੇ ਰਾਜ ਮਿਲਦਾ ਹੈ। ਪਰ ਔਰੰਗਜ਼ੇਬ ਵਾਂਗੂ ਜਦੋਂ ਕੋਈ ਬੰਦਾ ਤਵਸਵੀ ਹੋ ਜੇ, ਫਿਰ ਅਗਲਾ ਰਸਤਾ ਨਰਕਾਂ ਨੂੰ ਵੀ ਜਾਂਦਾ ਹੈ। ਤਪੋ ਰਾਜ ਤੇ ਰਾਜੋ ਨਰਕ। ਕਿਉਂਕਿ ਰਾਜ ਭਾਗ ਦੇ ਉੱਤੇ ਆ ਕੇ ਮੰਤਰੀ ਜਿਹੜੇ ਹੁੰਦੇ ਹੈ, ਰਾਜੇ ਹੁੰਦੇ ਆ, ਜਿਹੜੇ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਆਦਿ ਆਦਿ, ਇਹ ਸਾਰੇ ਲੋਕ, ਇਹਨਾਂ ਰਾਜ ਦਾ ਐਸਾ ਨਸ਼ਾ ਚੜ੍ਹ ਜਾਂਦਾ ਹੈ ਕਿ ਇਹ ਜਨਤਾ ਨੂੰ ਭੁੱਲ ਜਾਂਦੇ ਹੈ। ਨਸ਼ੇ ਵਿੱਚ ਆ ਕੇ ਜਨਤਾ ਦੇ ਫਿਰ ਦੁੱਖਾਂ ਨੂੰ ਸੁਣਦੇ ਨਹੀਂ, ਆਪਣੀਆਂ ਸੁੱਖ ਸਹੂਲਤਾਂ ਪੈਦਾ ਕਰਨ 'ਤੇ ਲੱਗ ਜਾਂਦੇ ਆ। ਫਿਰ ਉਹ ਜਨਤਾ ਦੀਆਂ ਹਾਵਾਂ ਪਰਮੇਸ਼ਰ ਕੋਲੇ ਜਾਂਦੀਆਂ ਅਤੇ ਪਰਮੇਸ਼ਰ ਕਹਿੰਦਾ, ਓਏ ਰਾਜਿਓ, ਤੁਹਾਨੂੰ ਮੈਂ ਰਾਜ ਬਣਾਇਆ ਸੀਗਾ ਜਨਤਾ ਨੂੰ ਸੁੱਖ ਦੇਣ ਲਈ, ਤੂੰ ਜਨਤਾ ਨੂੰ ਦੁੱਖ ਦਿੱਤਾ। ਜਿਵੇਂ ਔਰੰਗਜ਼ੇਬ ਭਾਈ ਦਇਆ ਸਿੰਘ ਤੋਂ ਜ਼ਫਰਨਾਮਾ ਲੈ ਕੇ ਪੁੱਛਦਾ ਹੈ, ਇਹ ਗੁਰੂ ਗੋਬਿੰਦ ਸਿੰਘ 'ਚ ਕਿੰਨੀ ਕੁ ਤਾਕਤ ਹੈ? ਦਇਆ ਸਿੰਘ ਜੀ ਕਹਿਣ ਲੱਗੇ, ਸਾਨੂੰ ਤਾਂ ਪਤਾ ਨਹੀਂ ਕਿੰਨੀ ਕੁ ਤਾਕਤ ਹੈ ਬਈ। ਕਹਿੰਦੇ ਨਹੀਂ, ਫਿਰ ਵੀ ਕਹਿੰਦੇ ਇੰਨਾ ਪਤਾ ਹੈ ਵੀ ਉਹਦੇ ਘਰ ਦਾ ਜੂਠਾ ਖਾਣ ਵਾਲੇ ਕੁੱਤੇ ਵੀ ਕਰਾਮਾਤੀ ਹੋ ਜਾਂਦੇ ਆ। ਕਹੋ ਸਤਨਾਮ। ਉਹਦੀ ਕਿੰਨੀ ਤਾਕਤ ਹੋਊਗੀ ਪਤਾ ਨਹੀਂ, ਕੁੱਤੇ ਵੀ ਕਰਾਮਾਤੀ। ਉਹਨੇ ਕਹਿੰਦੇ ਹਾਂ, ਸਾਡੇ ਨਾਲ ਕੁੱਤਾ ਇੱਕ ਆਇਆ ਹੈਗਾ ਜਿਹੜਾ ਗੁਰੂ ਸਾਹਿਬ ਦੇ ਕੋਲ ਰਹਿੰਦਾ, ਉੱਥੇ ਨਾਲ ਲਿਆਂਦਾ ਸੀ। ਅੱਛਾ, ਮਲਾਓ ਖਾਂ। ਉਹ ਕਹਿੰਦੇ ਕੁੱਤੇ ਨੂੰ ਬਾਹਰ ਬੰਨ੍ਹ ਦਿੱਤਾ ਸੀਗਾ। ਦਇਆ ਸਿੰਘ ਅੰਦਰ ਗਿਆ ਸੀ ਸਭਾ 'ਚ, ਅੰਦਰੋਂ ਆਪਣੇ ਸਾਥੀ ਨੂੰ ਕਹਿੰਦਾ, ਜਾ ਲੈ ਕੇ ਆ ਵੀ ਸ਼ੇਰੂ ਨੂੰ। ਉਹ ਕੁੱਤਾ ਅੰਦਰ ਲਿਆਂਦਾ, ਸਭਾ ਦੇ ਵਿੱਚ ਕੁੱਤਾ ਸਾਹਮਣੇ ਖੜਾ, ਤੇ ਭਾਈ ਦਇਆ ਸਿੰਘ ਜੀ ਕਹਿੰਦੇ, ਸ਼ੇਰੂ, ਇਹ ਔਰੰਗਜ਼ੇਬ ਪੁੱਛਦਾ ਕੁਝ, ਗੁਰੂ 'ਚ ਕਿੰਨੀ ਕੁ ਤਾਕਤ ਹੈ? ਤੇ ਕਹਿੰਦੇ ਉਹ ਕੁੱਤਾ ਉੱਥੇ ਬੋਲ ਪਿਆ, ਐਸੀ ਕਰਾਮਾਤੀ ਸ਼ਕਤੀ ਵਰਤੀ, ਕੁੱਤਾ ਬੋਲ ਪਿਆ। ਉਹ ਕਹਿੰਦਾ, ਉਹ ਤੂੰ ਗੁਰੂ ਬਾਰੇ ਕੀ ਪੁੱਛਦਾ ਹੈ? ਉਹ ਤੈਨੂੰ ਰਾਜਾ ਬਣਾਇਆ ਸੀ ਪਰਮੇਸ਼ਰ ਨੇ ਜਨਤਾ ਨੂੰ ਸੁੱਖ ਦੇਣ ਵਾਸਤੇ, ਤੂੰ ਕਤਲੇਆਮ ਕਰਨ 'ਤੇ ਲੱਗੇ ਹੈ। ਤੈਨੂੰ ਸਾਡੇ 'ਚੋਂ ਕੁੱਤਿਆਂ ਬਿੱਲੀਆਂ 'ਚੋਂ ਕੱਢ ਕੇ, ਟੇਢੀਆਂ ਜੂਨਾਂ 'ਚੋਂ ਕੱਢ ਕੇ ਬੰਦਾ ਬਣਾਇਆ, ਬੰਦਾ ਬਣਾ ਕੇ ਤੈਨੂੰ ਰਾਜ ਦਿੱਤਾ, ਪਰ ਤੈਨੂੰ ਰਾਜ ਕਰਨਾ ਨਹੀਂ ਆਇਆ। ਹੁਣ ਤੂੰ ਵਾਪਸ ਸਾਡੇ ਵਿੱਚ ਹੀ ਆ ਜਾ। ਤਪੋ ਰਾਜ, ਰਾਜੋ ਨਰਕ। ਫਿਰ ਇਹ ਸਾਰੇ ਜਿਹੜੇ ਲੋਕ ਹਨ ਜਨਤਾ ਨੂੰ ਦੁੱਖ ਦੇਣ ਵਾਲੇ, ਕੁਝ ਸਮਾਂ ਸੁੱਖ ਭੋਗਦੇ ਨਾ, ਪਰ ਫਿਰ ਨਰਕ ਵੀ ਭੋਗਣੇ ਪੈਂਦੇ ਆ ਜਦੋਂ ਉਹਦੇ ਮਾਲਕ ਦੇ ਮਾਰਗ 'ਤੇ ਨਹੀਂ ਚੱਲਦੇ। ਰਸ ਭੋਗਣ ਪਾਤਸ਼ਾਹੀਆਂ, ਸੰਸਾਰੀ ਰਸ ਵੀ ਭੋਗਦੇ ਹੈ, ਪਰ ਸੰਸਾਰ ਨੂੰ ਸੁੱਖ ਨਾ ਦੇਣ ਕਰਕੇ ਫਿਰ ਨਰਕਾਂ ਨੂੰ ਵੀ ਜਾਂਦੇ ਹੈ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਉਹ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਹਨ। ਮੰਦਾ ਮੂਲ ਨਹੀਂ ਉਪਜਿਓ, ਉਹਨਾਂ ਦੇ ਅੰਦਰ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਹੈ। ਉਹ ਕਿਸੇ ਦਾ ਬੁਰਾ ਨਹੀਂ ਸੋਚਦੇ। ਜਿਵੇਂ ਰਾਜਾ ਰਣਜੀਤ ਸਿੰਘ ਦਾ ਰਾਜ, ਗੁਰੂ ਪਿਆਰਿਓ, ਸਭ ਨੂੰ ਬਰਾਬਰ ਦਾ ਹੱਕ ਦਿੰਦਾ ਸੀ। ਜਿਹੜਾ ਜ਼ੁਲਮ ਕਰਦਾ ਸੀ ਉਹ ਕੋਈ ਵੀ ਹੁੰਦਾ, ਚਾਹੇ ਮੁਸਲਮਾਨ ਚਾਹੇ ਹਿੰਦੂ, ਉਹਨੂੰ ਸਜ਼ਾ ਦਿੰਦਾ ਸੀ। ਜਿਹੜਾ ਦੁਖੀ ਹੁੰਦਾ ਉਹਦਾ ਭਲਾ ਉਹ ਕਰਦਾ ਸੀਗਾ। ਐਸਾ ਰਾਜ ਉਹਨਾਂ ਦੇ ਕੋਲ ਆ ਜਾਂਦਾ। ਉਹ ਸਭ ਨੂੰ ਸੁੱਖ ਦੇਣਾ ਚਾਹੁੰਦੇ ਨੇ, ਸੁੱਖ ਦਿੰਦੇ ਨੇ। ਰਸ ਭੋਗਣ ਪਾਤਸ਼ਾਹੀਆਂ, ਮੰਦਾ ਮੂਲ ਨਾ ਉਪਜਿਓ। ਉਹਨਾਂ ਦੇ ਮਨ ਵਿੱਚ ਫਿਰ ਕਿਸੇ ਦੇ ਪ੍ਰਥਾਏ ਮਾੜੇ ਸੰਕਲਪ ਪੈਦਾ ਨਹੀਂ ਹੁੰਦੇ, ਮਾੜੀ ਸੋਚ ਨਹੀਂ ਪੈਦਾ ਹੁੰਦੀ। ਮੰਦਾ ਮੂਲ ਨਾ ਉਪਜਿਓ, ਤਰੈ ਸੱਚੀ ਕਾਰੈ ਲਾਗ ਜੀਓ। ਉਹ ਸੱਚ ਦੇ ਕੰਮ ਕਰਦੇ ਹਨ। ਉਹਨਾਂ ਦਾ ਕੰਮ ਹੀ, ਸੰਸਾਰੀ ਕੰਮ ਹੀ ਕਾਰ ਸੇਵਾ ਬਣ ਜਾਂਦਾ। ਕਰਤਾ ਮਨ ਵਸਾਇਆ, ਜਨਮੈ ਕਾ ਫਲ ਪਾਇਆ। ਉਹਨਾਂ ਦਾ ਇਹ ਭਲਾ ਹੋਇਆ ਕਿ ਉਹਨਾਂ ਨੇ ਹਿਰਦੇ ਵਿੱਚ ਮਨੁੱਖ ਨੇ ਪਰਮੇਸ਼ਰ ਨੂੰ ਵਸਾ ਲਿਆ, ਅਤੇ ਉਹਨਾਂ ਨੇ ਸਮਝੋ ਮਨੁੱਖਾ ਜਨਮੇ ਦਾ ਜਿਹੜਾ ਜ਼ਰੂਰੀ ਕੰਮ ਸੀ ਉਹ ਕਰ ਲਿਆ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਂ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪ੍ਰੀਤਮ ਜੀ ਕਹਿੰਦੇ
करता मन वसाया, जन्मै का फल पाया, मनुखा जीवन सफला कर लिया। मन पावन दा कंत हर, तेरा थिर होआ सुहाग जियो। सुहाग थिर होना जिमें किसी इस्त्री का पति ਉਹਦੇ ਨਾਲ होना। चलो पति तो मरदे जमदी रहंदे आ, बंदे मरदे आ, इस्त्रियां मरदियां। जे किसी इस्त्री ने पति तो पहला शरीर त्याग दिता तो बीबियां कहंदियां तो सुहागन मरी आ। तो जे किसी का पति पहला मर गया फिर वो जिउंदी हुई दुहागन हो जाती है, संसार के ख्याल आ। पर इत्थे सुहाग का मतलब परमेश्वर तो है। कहो सतनाम श्री। जिन्हां ने परमेश्वर नूं हिरदे विच वसा लिया, उन्होंने मनुखा जीवन सफला कर लिया। वो सुहागन हो गए, वो सुहागना हो गईयां, वो जीव इस्त्रियां। उन्होंने मन भाव का कंत परमेश्वर मिल गया। मन भाव का कंत भाव परमेश्वर जी नूं सारे भालदे आ, उन्होंने मिल गया। उन्हों का सुहाग थिर हो गया, भाव उन्हों का पति कदे भी नहीं मरेगा। वो सदा सुहागन हो गई। अटल पदार्थ पाया, उन्होंने वो नाम मिल गया, वो पदार्थ मिल गया जिहड़ा कदे भी मुकदा नहीं। अटल जिहड़ा कदे भी हथों निकलदा नहीं, जिहड़ा मुकदा नहीं। पै भंजन की सरनाया, उस डरां नूं खत्म करने वाले परमेश्वर की शरण विच जिहड़े आ गए। फरीदा आप सवारे मैं मिलै, मैं मिलिया सुख होए, जे तू मेरा होए रहे सब जग तेरा होए। अटल पदार्थ प्राप्त हो गया। उन्होंने नाम की दात प्राप्त हो गई। जिन्हों ने परमेश्वर की शरण लै ली। निरभौ निर्वैर की भै भंजन की सरनाया, जिहड़ा निरभौ है, ना डरदा ते ना डराउंदा है। जिहड़े उहदी शरण विच आ गए, लाए अंचल नानक तारियन, उन्होंने परमेश्वर ने गुरु ने अपने पल्ले ला के तार दिता है। जिता जन्म अपार जियो, तो उन्होंने अपना मनुखा जन्म जित लिया, मनुखा जन्म का लाहा खट लिया। सो साडा सब का ही यह फर्ज है जिहड़ा गुरु साहब ने अज के शब्द विच बख्शिश किया। सतगुरु पातशाह जी कहने, जिन्हों ने संगत विच आ करके गुरु का पल्ला फड़ लिया, उन्होंने संसार नूं तार के लै गया। वो पारावार तो रहत परमेश्वर विच मिल गए। अमोलक मनुखा जन्म जित के लै गए संसार दे विचों। मानस जन्म जिहड़ा है ये बड़ा कीमती है। उन्होंने जित लिया, उन्होंने प्राप्त कर लिया। सतगुरु पातशाह कृपा करन ऐसी पवित्र शब्द के विचार। अगला शब्द माज महला पंजवा घर तीजा। हर जप जपे मन धीरे, सिमर सिमर गुरदेव मिट गए पै दूरे। इस शब्द के विचार आप कल नूं सरवण करांगे। हुण इत्थे रोकण की आग्या बख्शो। बोलदियां नेकां अखर बाद घाट हो जाते। सिख संगतां ते सतगुरु बख्शण जोग है, बख्श लैना जी। समाप्ति करिए। मिलाओ फतेह पाओ फतेह। वाहिगुरु जी का खालसा, वाहिगुरु जी की फतेह।